ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਸਾਡੀ ਜ਼ਿੰਦਗੀ ਬਹੁਤ ਵਧੀਆ ਸੀ। ਮੈਂ ਉਸ ਨਾਲ ਬਹੁਤ ਖੁਸ਼ ਸੀ। ਪਰ ਉਹ ਇੱਕ ਦਿਨ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬਦਲ ਗਿਆ। ਮੈਂ ਇਕੱਲੀ ਹੋ ਗਈ ਅਤੇ ਉਸ ਦੀ ਯਾਦ ਵਿੱਚ ਦਿਨ-ਰਾਤ ਰੋਣ ਲੱਗੀ। ਮੈਨੂੰ ਪਤਾ ਸੀ ਕਿ ਉਹ ਜਿੱਥੇ ਗਿਆ ਹੈ, ਉੱਥੋਂ ਕੋਈ ਵਾਪਸ ਨਹੀਂ ਆਉਂਦਾ। ਪਰ ਇੱਕ ਦਿਨ ਆਪਣੇ ਘਰ ਦੇ ਇੱਕ ਕਮਰੇ ਵਿੱਚ ਮੈਂ ਉਸ ਨੂੰ ਦੇਖਿਆ। ਮੈਂ ਹੈਰਾਨ ਰਹਿ ਗਈ ਅਤੇ ਜਦੋਂ ਬਾਕੀ ਘਰ ਵਾਲਿਆਂ ਨੂੰ ਮੈਂ ਦੱਸਿਆ ਤਾਂ ਕਿਸੇ ਨੇ ਮੇਰਾ ਯਕੀਨ ਨਹੀਂ ਕੀਤਾ। ਪਰ ਫਿਰ ਮੈਨੂੰ ਮੇਰੇ ਪਤੀ ਨੇ ਵੀ ਅਜਿਹੀ ਗੱਲ ਦੱਸੀ ਕਿ ਮੈਂ ਵੀ ਉਹ ਰਾਜ਼ ਸਭ ਤੋਂ ਲੁਕਾਉਣ ਲਈ ਮਜਬੂਰ ਹੋ ਗਈ। ਮੇਰਾ ਨਾਂ ਸੀਰਤ ਹੈ। ਮੈਂ ਬਹੁਤ ਸੋਹਣੀ ਸੀ ਅਤੇ ਆਪਣੇ ਮੁਹੱਲੇ ਦੀ ਸਭ ਤੋਂ ਜ਼ਿਆਦਾ ਖੂਬਸੂਰਤ ਕੁੜੀ ਸੀ। ਪਰ ਮੈਨੂੰ ਕਦੇ ਵੀ ਕੋਈ ਦੂਜਾ ਮਰਦ ਪਸੰਦ ਨਹੀਂ ਆਇਆ। ਮੇਰੀ ਮੰਮੀ ਕਹਿੰਦੀ ਸੀ ਕਿ ਜਦੋਂ ਤੱਕ ਮੇਰੀ ਬੇਟੀ ਨਹੀਂ ਕਹੇਗੀ, ਮੈਂ ਉਸ ਦਾ ਵਿਆਹ ਨਹੀਂ ਕਰਾਂਗੀ। ਮੇਰੀ ਮੰਮੀ ਨੇ ਮੈਨੂੰ ਵੀ ਕਿਹਾ ਸੀ ਕਿ ਜੇਕਰ ਤੇਰੀ ਜ਼ਿੰਦਗੀ ਵਿੱਚ ਕੋਈ ਹੈ ਜਾਂ ਤੈਨੂੰ ਕੋਈ ਪਸੰਦ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ। ਪਰ ਮੇਰੀ ਦਿੱਕਤ ਇਹ ਸੀ ਕਿ ਮੈਨੂੰ ਕੋਈ ਪਸੰਦ ਹੀ ਨਹੀਂ ਆਉਂਦਾ ਸੀ। ਪਰ ਪਤਾ ਨਹੀਂ ਉਸ ਆਦਮੀ ਵਿੱਚ ਕੀ ਸੀ ਕਿ ਮੈਂ ਉਸ ਵੱਲ ਖਿੱਚਦੀ ਚਲੀ ਗਈ। ਉਸ ਦਾ ਨਾਮ ਰਾਜਵੀਰ ਸੀ। ਉਹ ਸਾਡੇ ਹੀ ਮੁਹੱਲੇ ਵਿੱਚ ਰਹਿੰਦਾ ਸੀ। ਉਹ ਮੇਰੀ ਉਮਰ ਦਾ ਸੀ ਅਤੇ ਦੇਖਣ ਵਿੱਚ ਵੀ ਚੰਗੀ ਸ਼ਕਲ ਸੂਰਤ ਦਾ ਲੱਗਦਾ ਸੀ। ਅਜਿਹਾ ਨਹੀਂ ਸੀ ਕਿ ਉਹ ਮੇਰੇ ਤੋਂ ਜ਼ਿਆਦਾ ਸੋਹਣਾ ਸੀ, ਪਰ ਮੇਰੇ ਨਾਲ ਖੜਿਆ ਹੋਇਆ ਬੁਰਾ ਨਹੀਂ ਲੱਗਦਾ ਸੀ। ਉਹ ਬਹੁਤ ਦੇਰ ਤੋਂ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਦੇ ਮੁਹੱਲੇ ਦੇ ਕਿਸੇ ਵਿਆਹ ਵਿੱਚ, ਕਦੇ ਮੇਰੀ ਕਿਸੇ ਸਹੇਲੀ ਦੇ ਹੱਥੋਂ ਅਤੇ ਕਦੇ ਇੰਜ ਹੀ ਇਸ਼ਾਰਿਆਂ ਵਿੱਚ ਉਹ ਮੇਰੇ ਤੱਕ ਇਹ ਗੱਲ ਪਹੁੰਚਾ ਚੁੱਕਿਆ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਪਰ ਇਹ ਗੱਲ ਤਾਂ ਮੁਹੱਲੇ ਦਾ ਹਰ ਮੁੰਡਾ ਹੀ ਕਹਿੰਦਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਲਈ ਮੈਂ ਉਸ ਦੀਆਂ ਗੱਲਾਂ 'ਤੇ ਯਕੀਨ ਨਹੀਂ ਕੀਤਾ। ਉਸਨੇ ਸਾਡੇ ਘਰ ਰਿਸ਼ਤਾ ਭੇਜਿਆ ਅਤੇ ਇਸ ਤੋਂ ਪਹਿਲਾਂ ਕਿ ਮੈਂ ਮਨਾ ਕਰਦੀ, ਮੇਰੇ ਘਰ ਵਾਲਿਆਂ ਨੇ ਮਨਾ ਕਰ ਦਿੱਤਾ। ਮੈਨੂੰ ਵੀ ਇਸ ਜਵਾਬ ਤੋਂ ਕੋਈ ਮਤਲਬ ਨਹੀਂ ਸੀ, ਕਿਉਂਕਿ ਉਹ ਆਦਮੀ ਮੈਨੂੰ ਪਸੰਦ ਨਹੀਂ ਸੀ। ਮੈਨੂੰ ਪਤਾ ਸੀ ਕਿ ਉਹ ਮੈਨੂੰ ਪਾਗਲਾਂ ਦੀ ਤਰ੍ਹਾਂ ਪਿਆਰ ਕਰਦਾ ਹੈ। ਕੁਝ ਦਿਨਾਂ ਬਾਅਦ ਮੇਰੇ ਲਈ ਇੱਕ ਹੋਰ ਰਿਸ਼ਤਾ ਆਇਆ ਅਤੇ ਮੇਰੀ ਮਾਂ ਨੇ ਇੱਥੇ ਗੱਲ ਪੱਕੀ ਕਰ ਦਿੱਤੀ। ਮੈਨੂੰ ਵੀ ਇਸ ਵਿਆਹ ਤੋਂ ਕੋਈ ਦਿੱਕਤ ਨਹੀਂ ਸੀ। ਪਰ ਜਿਵੇਂ ਹੀ ਮੇਰੇ ਵਿਆਹ ਦੀ ਤਾਰੀਖ ਪੱਕੀ ਹੋਈ ਤਾਂ ਮੈਨੂੰ ਇੱਕ ਚਿੱਠੀ ਮਿਲੀ। ਇਹ ਚਿੱਠੀ ਰਾਜਵੀਰ ਨੇ ਮੇਰੀ ਇੱਕ ਸਹੇਲੀ ਦੇ ਹੱਥ ਪਹੁੰਚਾਈ ਸੀ। ਉਸਨੇ ਕਿਹਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਆਪਣੀ ਜਾਨ ਲੈਣਾ ਚਾਹੁੰਦਾ ਹਾਂ। ਉਸਨੇ ਇਹ ਚਿੱਠੀ ਮੇਰੇ ਲਈ ਭੇਜੀ ਹੈ ਅਤੇ ਇਹ ਉਸਦੀ ਆਖਰੀ ਚਿੱਠੀ ਹੈ। ਮੈਂ ਹੈਰਾਨ ਤਾਂ ਸੀ, ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਜੇਕਰ ਮੇਰੇ ਕਰਕੇ ਕੋਈ ਮਰਦਾ ਹੈ ਤਾਂ ਮਰ ਜਾਵੇ, ਮੈਂ ਕੀ ਕਰਾਂ। ਮੇਰੀ ਸਹੇਲੀ ਨੇ ਕਿਹਾ ਕਿ ਉਹ ਕਹਿ ਰਿਹਾ ਸੀ ਕਿ ਤੂੰ ਆਖਰੀ ਵਾਰ ਇਸ ਨੂੰ ਪੜ੍ਹ ਲੈ ਤਾਂ ਤੇਰੀ ਬਹੁਤ ਮਿਹਰਬਾਨੀ ਹੋਵੇਗੀ। ਮੈਂ ਉਹ ਚਿੱਠੀ ਫੜ ਲਈ ਅਤੇ ਜਦੋਂ ਕਮਰੇ ਵਿੱਚ ਜਾ ਕੇ ਉਸ ਨੂੰ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ, ਕਿਉਂਕਿ ਉਸ ਚਿੱਠੀ ਨੂੰ ਪੜ੍ਹ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਉਹ ਆਦਮੀ ਤਾਂ ਸੱਚਮੁੱਚ ਹੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਤੁਰੰਤ ਉਸ ਨੂੰ ਮੈਸੇਜ ਪਹੁੰਚਾਇਆ ਕਿ ਉਹ ਆਪਣੀ ਜਾਨ ਨਾ ਲਵੇ। ਮੇਰੇ ਵਿਆਹ ਵਿੱਚ 1 ਮਹੀਨਾ ਸੀ ਅਤੇ 1 ਮਹੀਨੇ ਦੇ ਅੰਦਰ ਮੈਨੂੰ ਰਾਜਵੀਰ ਨਾਲ ਪਿਆਰ ਹੋ ਗਿਆ ਸੀ ਅਤੇ ਅਸੀਂ ਇੱਕ ਦੂਜੇ ਲਈ دیਵਾਨੇ ਹੋ ਗਏ ਸੀ। ਅਸੀਂ ਸੋਚ ਲਿਆ ਸੀ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਾਂਗੇ। ਫਿਰ ਮੈਂ ਵੀ ਕਹਿ ਦਿੱਤਾ ਸੀ ਕਿ ਮੈਂ ਇਸ ਰਿਸ਼ਤੇ ਨੂੰ ਮਨਾ ਕਰ ਦੇਵਾਂਗੀ। ਜਦੋਂ ਮੈਂ ਇਹ ਗੱਲ ਆਪਣੀ ਮੰਮੀ ਨੂੰ ਕਹੀ ਤਾਂ ਮੇਰੀ ਮੰਮੀ ਨੇ ਥੋੜ੍ਹਾ ਜਿਹਾ ਗੁੱਸਾ ਕੀਤਾ, ਪਰ ਮੈਂ ਉਹਨਾਂ ਨੂੰ ਯਾਦ ਦਿਵਾਇਆ ਕਿ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਕਿ ਮੇਰਾ ਵਿਆਹ ਉਸ ਮੁੰਡੇ ਨਾਲ ਕਰਵਾਵਾਂਗੀ ਜਿਸ ਨਾਲ ਮੇਰੀ ਮਰਜ਼ੀ ਹੋਵੇਗੀ ਅਤੇ ਇਹ ਮੁੰਡਾ ਮੈਨੂੰ ਪਿਆਰ ਕਰਦਾ ਹੈ। ਮੇਰੀ ਮੰਮੀ ਨੂੰ ਦਿੱਕਤ ਇਹ ਸੀ ਕਿ ਇਹ ਲੋਕ ਬਿਲਕੁਲ ਵੀ ਚੰਗੇ ਨਹੀਂ ਸਨ। ਇਹਨਾਂ ਦੀ ਜੁਆਇੰਟ ਫੈਮਿਲੀ ਸੀ, ਜ਼ਿਆਦਾ ਅਮੀਰ ਵੀ ਨਹੀਂ ਸਨ। ਇਸ ਲਈ ਮੇਰੀ ਮੰਮੀ ਨੇ ਮਨਾ ਕੀਤਾ ਸੀ। ਪਰ ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਆਪ ਹੀ ਇਹ ਵਿਆਹ ਕਰਨਾ ਚਾਹੁੰਦੀ ਹਾਂ ਤਾਂ ਉਹ ਕੀ ਕਰ ਸਕਦੇ ਸੀ। ਉਹਨਾਂ ਨੇ ਕਿਸੇ ਤਰ੍ਹਾਂ ਗੱਲ ਨੂੰ ਸੰਭਾਲ ਲਿਆ। ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ। ਮੇਰੀ ਮੰਮੀ ਉਹਨਾਂ ਦਾ ਕਾਰੋਬਾਰ ਸੰਭਾਲਦੀ ਸੀ। ਮੇਰੀ ਮੰਮੀ ਨੇ ਮੈਨੂੰ ਮਾਂ ਅਤੇ ਬਾਪ ਦੋਹਾਂ ਦਾ ਪਿਆਰ ਦਿੱਤਾ ਸੀ। ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਕਿ ਮੇਰੀ ਖੁਸ਼ੀ ਇੱਥੇ ਹੈ, ਤਾਂ ਉਹਨਾਂ ਨੇ ਕਿਹਾ ਕਿ ਜੇਕਰ ਤੇਰੀ ਖੁਸ਼ੀ ਹੈ ਤਾਂ ਠੀਕ ਹੈ। ਉਹਨਾਂ ਨੇ ਮੇਰਾ ਵਿਆਹ ਕਰਵਾ ਦਿੱਤਾ। ਜਦੋਂ ਮੇਰਾ ਵਿਆਹ ਰਾਜਵੀਰ ਨਾਲ ਹੋਇਆ ਤਾਂ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਸੀ। ਉਹ ਮੈਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਸੀ। ਉਹ ਕਹਿੰਦਾ ਸੀ ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾ ਹਾਂ, ਜੇਕਰ ਮੈਂ ਮਰ ਵੀ ਜਾਵਾਂ ਅਤੇ ਤੂੰ ਮੈਨੂੰ ਆਵਾਜ਼ ਦੇਵੇਂ ਤਾਂ ਮੈਂ ਮੌਤ ਦੇ ਮੂੰਹ ਵਿੱਚੋਂ ਵੀ ਵਾਪਸ ਆ ਜਾਵਾਂਗਾ। ਕਹਿੰਦੇ ਹਨ ਕਿ ਜੋ ਆਦਮੀ ਚੰਗੀਆਂ ਚੰਗੀਆਂ ਗੱਲਾਂ ਕਰਦਾ ਹੈ, ਔਰਤ ਵੀ ਉਸਦੀ دیਵਾਨੀ ਹੋ ਜਾਂਦੀ ਹੈ ਅਤੇ ਇਸ ਮਾਮਲੇ ਵਿੱਚ ਰਾਜਵੀਰ ਬਹੁਤ ਚੰਗਾ ਸੀ। ਉਸਨੂੰ ਪਿਆਰ ਭਰੀਆਂ ਗੱਲਾਂ ਕਰਨੀਆਂ ਆਉਂਦੀਆਂ ਸਨ।
ਇਸ ਘਰ ਵਿੱਚ ਮੇਰੀ ਨਣਦ ਵੀ ਸੀ, ਜਿਸ ਦਾ ਨਾਮ ਰੀਨਾ ਸੀ। ਇਹ ਬਹੁਤ ਹੀ ਅਜੀਬ ਤਰ੍ਹਾਂ ਦੀ ਕੁੜੀ ਸੀ। ਉਸਨੂੰ ਬਸ ਹਮੇਸ਼ਾ ਵਿਆਹ, ਕੱਪੜੇ ਅਤੇ ਜੁੱਤੀਆਂ ਦੀਆਂ ਗੱਲਾਂ ਕਰਨ ਦਾ ਸ਼ੌਂਕ ਸੀ। ਉਹ ਮੇਰੇ ਤੋਂ ਉਲਟੇ-ਸਿੱਧੇ ਸਵਾਲ ਵੀ ਪੁੱਛਦੀ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸ ਕਿਸਮ ਦੀ ਕੁੜੀ ਹੈ, ਇਸ ਲਈ ਮੈਨੂੰ ਵੀ ਇਸ ਨੂੰ ਹੈਂਡਲ ਕਰਨਾ ਆਉਂਦਾ ਸੀ। ਇਸਨੇ ਪੂਰੇ ਘਰ ਨੂੰ ਸਿਰ 'ਤੇ ਚੁੱਕਿਆ ਹੋਇਆ ਸੀ। ਇਸ ਘਰ ਵਿੱਚ ਮੇਰੇ ਪਤੀ ਦੇ 2 ਭਾਈ ਵੀ ਰਹਿੰਦੇ ਸਨ। ਉਹਨਾਂ ਦਾ ਵੀ ਵਿਆਹ ਹੋ ਚੁੱਕਿਆ ਸੀ। ਇਹ ਸਭ ਦੇ ਨਾਲ ਉਹਨਾਂ ਦੇ ਮੂੰਹ 'ਤੇ ਉਹਨਾਂ ਦੀ ਬਣ ਜਾਂਦੀ ਸੀ ਅਤੇ ਪਿੱਠ ਪਿੱਛੇ ਬੁਰਾਈ ਕਰਦੀ ਸੀ। ਇਸ ਲਈ ਮੈਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ। ਮੇਰੇ ਪਤੀ ਦੇ ਖਾਨਦਾਨ ਵਿੱਚੋਂ ਕੋਈ ਵੀ ਇੰਨਾ ਜ਼ਿਆਦਾ ਸੋਹਣਾ ਨਹੀਂ ਸੀ। ਇਹ ਥੋੜ੍ਹੀ ਬਹੁਤ ਖੂਬਸੂਰਤ ਸੀ, ਤਾਂ ਇਸ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ ਅਤੇ ਇਸ ਨੂੰ ਆਪਣੇ ਉੱਪਰ ਬਹੁਤ ਜ਼ਿਆਦਾ ਘਮੰਡ ਸੀ। ਸਾਰਾ ਦਿਨ ਆਪਣੇ ਆਪ ਨੂੰ ਸਜਾਉਣ ਵਿੱਚ ਹੀ ਲਗਾ ਦਿੰਦੀ ਸੀ। ਪਰ ਰਾਜਵੀਰ ਇਸ ਨੂੰ ਬਹੁਤ ਪਿਆਰ ਕਰਦਾ ਸੀ, ਕਿਉਂਕਿ ਇਹ ਉਸਦੀ ਛੋਟੀ ਭੈਣ ਸੀ। ਰਾਜਵੀਰ ਦਾ ਕੰਮ ਅਜਿਹਾ ਸੀ ਕਿ ਉਹ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਸੀ। ਇਸ ਲਈ ਮੈਂ ਆਪਣਾ ਟਾਈਮ ਪਾਸ ਕਰਨ ਲਈ ਰੀਨਾ ਦੀਆਂ ਗੱਲਾਂ ਸੁਣ ਲੈਂਦੀ ਸੀ, ਕਿਉਂਕਿ ਉਹ ਬੋਲਦੀ ਬਹੁਤ ਸੀ। ਮੇਰੀ ਸੱਸ ਵੀ ਕਹਿੰਦੀ ਸੀ ਕਿ ਇਹ ਪੂਰੇ ਖਾਨਦਾਨ ਦੀ ਸਭ ਤੋਂ ਚੰਚਲ ਕੁੜੀ ਹੈ। ਇਸ ਪੂਰੇ ਘਰ ਵਿੱਚ ਸਿਰਫ ਸਾਡੀ ਹੀ ਲਵ ਮੈਰਿਜ ਸੀ। ਬਾਕੀ ਸਭ ਤਾਂ ਸਾਡੇ ਤੋਂ ਜਲਦੇ ਸਨ। ਮੈਨੂੰ ਵੀ ਡਰ ਲੱਗਦਾ ਰਹਿੰਦਾ ਸੀ ਕਿ ਕਿਤੇ ਸਾਨੂੰ ਨਜ਼ਰ ਨਾ ਲੱਗ ਜਾਵੇ। ਮੇਰਾ ਪਤੀ ਕਹਿੰਦਾ ਸੀ ਕਿ ਅਜਿਹਾ ਕੁਝ ਨਹੀਂ ਹੁੰਦਾ। ਹਾਲੇ ਸਾਡੇ ਵਿਆਹ ਨੂੰ 8 ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਜਲਦੀ ਵਾਪਸ ਆ ਜਾਇਓ, ਅੱਜ ਅਸੀਂ ਖਾਣਾ ਖਾਣ ਬਾਹਰ ਚੱਲਾਂਗੇ। ਪਰ ਉਹ ਘਰ ਨਹੀਂ ਆਇਆ। ਉਸਦਾ ਨੰਬਰ ਵੀ ਬੰਦ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ। ਰਾਤ ਦੇ 12 ਵਜੇ ਤੋਂ ਬਾਅਦ ਘਰ ਵਾਲਿਆਂ ਨੂੰ ਵੀ ਦੱਸ ਦਿੱਤਾ। ਉਹ ਵੀ ਪਰੇਸ਼ਾਨ ਹੋ ਗਏ। ਉਸਦੇ ਦੋਨੋਂ ਭਾਈ ਉਸਨੂੰ ਲੱਭਣ ਲਈ ਚਲੇ ਗਏ। ਪੁਲਿਸ ਵਿੱਚ ਰਿਪੋਰਟ ਕਰਵਾ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਪਤਾ ਚੱਲਿਆ ਕਿ ਮੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਰਿਹਾ, ਕਿਉਂਕਿ ਉਸਦਾ ਐਕਸੀਡੈਂਟ ਹੋ ਗਿਆ ਸੀ। ਇਹ ਦੁੱਖ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਮੈਂ ਵੀ ਨਾਲ ਹੀ ਮਰ ਗਈ ਹੋਵਾਂ, ਪਰ ਫਿਰ ਵੀ ਮੈਨੂੰ ਸਾਹ ਲੈਣਾ ਹੈ। ਜਿਵੇਂ ਮੇਰੇ ਅੰਦਰ ਦਿਲ ਨਹੀਂ ਹੈ, ਪਰ ਮੈਨੂੰ ਜਿਉਂਦੇ ਰਹਿਣ ਦੀ ਐਕਟਿੰਗ ਕਰਨੀ ਹੈ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਲੋਕਾਂ ਨੇ ਮੈਨੂੰ ਬਚਾ ਲਿਆ। ਮੇਰੀ ਮੰਮੀ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਅਤੇ ਉਸਨੇ ਕਿਹਾ ਕਿ ਤੂੰ ਇੱਥੇ ਕੀ ਕਰੇਂਗੀ, ਸਾਡੇ ਨਾਲ ਵਾਪਸ ਚੱਲ। ਅਸੂਲ ਵੀ ਇਹੀ ਸੀ ਕਿ ਮੈਨੂੰ ਵਾਪਸ ਚਲੀ ਜਾਣਾ ਚਾਹੀਦਾ ਸੀ, ਪਰ ਮੈਂ ਜਾਣਾ ਨਹੀਂ ਚਾਹੁੰਦੀ ਸੀ। ਇਸ ਘਰ ਵਿੱਚ, ਇਸ ਕਮਰੇ ਵਿੱਚ ਮੇਰੇ ਪਤੀ ਦੀਆਂ ਯਾਦਾਂ ਵਸੀਆਂ ਹੋਈਆਂ ਸਨ। ਸਾਡੀਆਂ ਯਾਦਾਂ, ਸਾਡੇ ਪਿਆਰ ਭਰੇ ਪਲ ਇੱਥੇ ਬੀਤੇ ਹੋਏ ਸਨ। ਮੇਰੀ ਮੰਮੀ ਨੂੰ ਇਹ ਗੱਲਾਂ ਬਿਲਕੁਲ ਵੀ ਸਵੀਕਾਰ ਨਹੀਂ ਸਨ, ਕਿਉਂਕਿ ਹਾਲੇ ਮੇਰੀ ਉਮਰ ਹੀ ਕੀ ਸੀ। ਮੇਰੇ ਵਿਆਹ ਨੂੰ ਹਾਲੇ 1 ਸਾਲ ਵੀ ਨਹੀਂ ਹੋਇਆ ਸੀ ਅਤੇ ਮੈਂ ਪ੍ਰੈਗਨੈਂਟ ਵੀ ਨਹੀਂ ਸੀ। ਉਹਨਾਂ ਦਾ ਕਹਿਣਾ ਸੀ ਕਿ ਤੇਰਾ ਇਸ ਘਰ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਹੈ। ਮੈਂ ਕਿਹਾ ਕਿ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ। ਹਾਲੇ ਤਾਂ ਸਾਡੇ ਕਮਰੇ ਵਿੱਚੋਂ ਫੁੱਲ ਵੀ ਨਹੀਂ ਉਤਾਰੇ ਗਏ ਸਨ। ਮੈਂ ਇਸ ਘਰ ਵਿੱਚ ਹੀ ਰਹਿਣਾ ਚਾਹੁੰਦੀ ਸੀ। ਮੇਰੀ ਮੰਮੀ ਨੇ ਹਮੇਸ਼ਾ ਮੇਰੀ ਗੱਲ ਮੰਨੀ ਸੀ। ਉਹਨਾਂ ਨੇ ਕਿਹਾ ਕਿ ਇੱਥੇ ਰਹਿ ਕੇ ਤੂੰ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਤਕਲੀਫ ਦੇਵੇਂਗੀ। ਜੇਕਰ ਇੱਥੋਂ ਨਿਕਲ ਜਾਵੇਂਗੀ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਸਕੇਂਗੀ। ਪਰ ਮੈਂ ਉਸ ਆਦਮੀ ਨੂੰ ਕਿਵੇਂ ਭੁੱਲ ਸਕਦੀ ਸੀ ਜਿਸ ਨੂੰ ਮੈਂ ਪਿਆਰ ਕੀਤਾ ਸੀ, ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਉਹ ਮੈਨੂੰ ਬਹੁਤ ਮੁਹੱਬਤ ਕਰਦਾ ਸੀ। ਮੈਨੂੰ ਉਹ ਇਸ ਲਈ ਚੰਗਾ ਲੱਗਦਾ ਸੀ ਕਿਉਂਕਿ ਉਹ ਮੈਨੂੰ ਪਿਆਰ ਕਰਦਾ ਸੀ। ਮੇਰੀ ਮੰਮੀ ਨੇ ਕਿਹਾ ਕਿ ਠੀਕ ਹੈ, ਜੇਕਰ ਤੂੰ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਰਹਿ, ਜਦੋਂ ਤੇਰਾ ਦਿਲ ਹਲਕਾ ਹੋ ਜਾਵੇਗਾ ਤਾਂ ਵਾਪਸ ਆ ਜਾਵੀਂ। ਉਹ ਇਹੀ ਕਹਿ ਰਹੀ ਸੀ ਕਿ ਸਾਰੀ ਜ਼ਿੰਦਗੀ ਤੂੰ ਇੱਥੇ ਨਹੀਂ ਰਹਿਣਾ ਹੈ। ਮੈਂ ਵੀ ਸ਼ਾਇਦ ਸਾਰੀ ਜ਼ਿੰਦਗੀ ਇੱਥੇ ਨਹੀਂ ਰਹਿ ਸਕਦੀ ਸੀ, ਪਰ ਹਾਲੇ ਇੱਥੋਂ ਜਾਣ ਦਾ ਖਿਆਲ ਵੀ ਮੈਨੂੰ ਤੰਗ ਕਰ ਰਿਹਾ ਸੀ। ਇਸ ਲਈ ਮੈਂ ਇੱਥੇ ਹੀ ਰਹਿਣ ਲੱਗੀ। ਕੁਝ ਦਿਨ ਬਾਅਦ ਮੈਂ ਦੇਖਿਆ ਕਿ ਮੇਰੀ ਨਣਦ ਮੇਰੇ ਪਤੀ ਦੇ ਸਾਰੇ ਕੱਪੜੇ ਚੁੱਕ ਕੇ ਕਿਤੇ ਜਾ ਰਹੀ ਸੀ। ਮੈਂ ਕਿਹਾ ਕਿ ਤੂੰ ਇਹ ਕੀ ਕਰ ਰਹੀ ਹੈ? ਤਾਂ ਉਸਨੇ ਕਿਹਾ ਕਿ ਮੰਮੀ ਨੇ ਕਿਹਾ ਹੈ ਕਿ ਇਹਨਾਂ ਕੱਪੜਿਆਂ ਨੂੰ ਗਰੀਬਾਂ ਨੂੰ ਦਾਨ ਕਰ ਦਿੱਤਾ ਜਾਵੇ। ਮੇਰੇ ਪਤੀ ਨੂੰ ਕੱਪੜੇ, ਜੁੱਤੀ ਪਾਉਣ ਅਤੇ ਖਰੀਦਣ ਦਾ ਬਹੁਤ ਸ਼ੌਂਕ ਸੀ। ਉਸਨੇ ਇਹਨਾਂ ਚੀਜ਼ਾਂ ਦਾ ਕਲੈਕਸ਼ਨ ਬਣਾਇਆ ਹੋਇਆ ਸੀ। ਉਹ ਕੱਪੜਿਆਂ ਦਾ ਬਹੁਤ ਸ਼ੌਕੀਨ ਸੀ। ਮੈਂ ਉਸਨੂੰ ਕਿਹਾ ਕਿ ਅਜਿਹਾ ਨਾ ਕਰੋ। ਮੈਂ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਭਾਬੀ, ਜੇਕਰ ਤੁਸੀਂ ਨਿਸ਼ਾਨੀ ਦੇ ਤੌਰ 'ਤੇ ਭਾਈ ਦੀ ਕੋਈ ਚੀਜ਼ ਰੱਖਣੀ ਹੈ ਤਾਂ ਰੱਖ ਲਓ। ਇੰਨੇ ਸਾਰੇ ਕੱਪੜਿਆਂ ਦਾ ਤੁਸੀਂ ਕੀ ਕਰੋਗੇ? ਸੁੱਟਣ ਨਾਲੋਂ ਚੰਗਾ ਹੈ ਕਿ ਕਿਸੇ ਦੇ ਕੰਮ ਆ ਜਾਣ। ਮੈਂ ਆਪਣੇ ਪਤੀ ਦਾ ਉਹ ਸੂਟ ਰੱਖ ਲਿਆ ਜਿਸ ਵਿੱਚ ਮੈਂ ਉਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ, ਪਰ ਮੈਂ ਇਹ ਚਾਹੁੰਦੀ ਸੀ ਕਿ ਉਸਦੀ ਕੋਈ ਵੀ ਚੀਜ਼ ਇਸ ਕਮਰੇ ਵਿੱਚੋਂ ਬਾਹਰ ਨਾ ਜਾਵੇ। ਪਰ ਉਸਦੀ ਗੱਲ ਵੀ ਠੀਕ ਸੀ। ਮੈਂ ਕਿਹਾ ਕਿ ਠੀਕ ਹੈ, ਲੈ ਜਾ, ਅਤੇ ਉਹ ਸਾਰੇ ਕੱਪੜੇ ਆਪਣੇ ਕਾਲਜ ਵਿੱਚ ਲੈ ਗਈ, ਕਿਉਂਕਿ ਉਹਨਾਂ ਦੇ ਕਾਲਜ ਵਿੱਚ ਹੜ੍ਹ ਪੀੜਤ ਪਿੰਡਾਂ ਵਾਲਿਆਂ ਲਈ ਚੀਜ਼ਾਂ ਜਮ੍ਹਾਂ ਕੀਤੀਆਂ ਜਾ ਰਹੀਆਂ ਸਨ।
ਜਦੋਂ ਉਹ ਕੱਪੜੇ ਲੈ ਕੇ ਗਈ ਤਾਂ ਦੂਜੀਆਂ ਚੀਜ਼ਾਂ ਵੀ ਨਾਲ ਹੀ ਲੈ ਗਈ, ਜਿਵੇਂ ਕਿ ਜੁੱਤੀਆਂ, ਪਰਫਿਊਮ, ਘੜੀਆਂ ਆਦਿ। ਸਭ ਕੁਝ ਉਸ ਕਮਰੇ ਵਿੱਚੋਂ ਚਲਾ ਗਿਆ ਸੀ। ਕੁਝ ਦੇਰ ਬਾਅਦ ਮੇਰੀ ਸੱਸ ਨੇ ਕਿਹਾ ਕਿ ਜੇਕਰ ਤੂੰ ਆਪਣਾ ਦਾਜ ਦਾ ਸਮਾਨ ਵਾਪਸ ਭੇਜਣਾ ਹੈ ਤਾਂ ਭੇਜ ਦੇ, ਕਿਉਂਕਿ ਤੇਰਾ ਸਮਾਨ ਬਿਲਕੁਲ ਨਵਾਂ ਪਿਆ ਹੈ, ਅਤੇ ਜੇਕਰ ਤੂੰ ਮੇਰੀ ਬੇਟੀ ਲਈ ਰੱਖਣਾ ਚਾਹੇ ਤਾਂ ਤੇਰੀ ਬਹੁਤ ਮਿਹਰਬਾਨੀ ਹੋਵੇਗੀ। ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮੈਂ ਇਸ ਸਮਾਨ ਨੂੰ ਆਪਣੇ ਨਾਲ ਵਾਪਸ ਨਹੀਂ ਲੈ ਕੇ ਜਾਣਾ ਚਾਹੁੰਦੀ ਸੀ। ਮੈਂ ਸੋਚਿਆ ਕਿ ਜੇਕਰ ਮੇਰਾ ਪਤੀ ਜਿਉਂਦਾ ਹੁੰਦਾ ਅਤੇ ਮੈਂ ਉਸ ਨਾਲ ਇਸ ਗੱਲ ਬਾਰੇ ਸਲਾਹ ਕਰਦੀ ਤਾਂ ਉਹ ਜ਼ਰੂਰ ਇਹ ਕਹਿੰਦਾ ਕਿ ਇਹ ਸਮਾਨ ਮੇਰੀ ਭੈਣ ਨੂੰ ਦੇ ਦੇ। ਇਸ ਲਈ ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਇਹ ਸਮਾਨ ਲੈ ਜਾਓ, ਸਿਵਾਏ ਸਾਡੇ ਬੈੱਡ ਦੇ। ਮੇਰੇ ਸਹੁਰਿਆਂ ਦਾ ਮੇਰੇ ਨਾਲ ਚੰਗਾ ਵਰਤਾਓ ਸੀ। ਉਹ ਸਭ ਮੈਨੂੰ ਤਸੱਲੀ ਦਿੰਦੇ ਸਨ। ਕਦੇ-ਕਦੇ ਅਸੀਂ ਸਭ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਤਸੱਲੀ ਦਿੰਦੇ ਤੇ ਮੇਰੇ ਪਤੀ ਦੀਆਂ ਗੱਲਾਂ ਯਾਦ ਕਰਕੇ ਰੋਣਾ ਸ਼ੁਰੂ ਕਰ ਦਿੰਦੇ। ਇੱਕ ਦਿਨ ਇਸੇ ਤਰ੍ਹਾਂ ਮੈਂ ਵਾਪਸ ਆਪਣੇ ਕਮਰੇ ਵਿੱਚ ਜਾ ਰਹੀ ਸੀ, ਜਦੋਂ ਘਰ ਦੇ ਬਗੀਚੇ ਵਿੱਚ ਮੈਂ ਕੁਝ ਦੇਖਿਆ ਅਤੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਦੇਖਿਆ ਕਿ ਮੇਰਾ ਪਤੀ ਸਾਹਮਣੇ ਖੜਾ ਹੈ। ਉਸ ਦਾ ਮੂੰਹ ਦੂਜੇ ਪਾਸੇ ਸੀ। ਇਹ ਮੇਰਾ ਪਤੀ ਹੀ ਸੀ। ਮੈਂ ਪਾਗਲਾਂ ਦੀ ਤਰ੍ਹਾਂ ਉਸਦੇ ਪਿੱਛੇ ਭੱਜੀ, ਪਰ ਉਹ ਉੱਥੋਂ ਚਲਾ ਗਿਆ। ਮੈਂ ਉੱਚੀ-ਉੱਚੀ ਚੀਕਾਂ ਮਾਰਨ ਲੱਗੀ ਅਤੇ ਸਭ ਕੁਝ ਆਪਣੀ ਸੱਸ ਅਤੇ ਘਰ ਵਾਲਿਆਂ ਨੂੰ ਦੱਸਿਆ। ਉਹਨਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਤੈਨੂੰ ਵਹਿਮ ਹੋ ਰਿਹਾ ਹੈ ਧੀਏ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਹੈ, ਕਿੱਥੋਂ ਆਵੇਗਾ? ਮੈਂ ਕਿਹਾ ਕਿ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ, ਅਤੇ ਜਦੋਂ ਉਸਨੂੰ ਪਤਾ ਲੱਗਿਆ ਕਿ ਮੈਂ ਉਸਦੇ ਨੇੜੇ ਆ ਰਹੀ ਹਾਂ ਤਾਂ ਉਹ ਉੱਥੋਂ ਭੱਜ ਗਿਆ। ਉਸਨੇ ਉਹੀ ਕੱਪੜੇ ਪਾਏ ਹੋਏ ਸਨ। ਉਹ ਰਾਜਵੀਰ ਹੀ ਸੀ। ਮੈਂ ਬੁਰੀ ਤਰ੍ਹਾਂ ਚੀਕ ਰਹੀ ਸੀ ਅਤੇ ਰੋ ਰਹੀ ਸੀ, ਅਤੇ ਸਭ ਮੈਨੂੰ ਦਰਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਜਾਂ ਫਿਰ ਸ਼ਾਇਦ ਮੈਨੂੰ ਹੀ ਵਹਿਮ ਹੋਇਆ ਸੀ। ਇਸ ਲਈ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ, ਪਰ ਮੈਂ ਆਪਣੇ ਪਤੀ ਨੂੰ ਇਸ ਤਰ੍ਹਾਂ ਦੇਖਿਆ ਸੀ ਜਿਵੇਂ ਉਹ ਮੇਰੇ ਸਾਹਮਣੇ ਖੜਾ ਹੁੰਦਾ ਸੀ। ਮੈਨੂੰ ਤਾਂ ਇਹ ਵਹਿਮ ਬਿਲਕੁਲ ਨਹੀਂ ਲੱਗ ਰਿਹਾ ਸੀ, ਪਰ ਉਹ ਵਾਪਸ ਕਿਵੇਂ ਆ ਸਕਦਾ ਸੀ? ਇੱਕ ਹਫ਼ਤਾ ਇਸੇ ਤਰ੍ਹਾਂ ਲੰਘ ਗਿਆ, ਜਦੋਂ ਇੱਕ ਦਿਨ ਅਚਾਨਕ ਮੈਂ ਫਿਰ ਆਪਣੇ ਪਤੀ ਨੂੰ ਦੇਖਿਆ। ਇਸ ਵਾਰ ਤਾਂ ਉਹ ਬਗੀਚੇ ਵਿੱਚ ਬੈਠਾ ਸੀ, ਅਤੇ ਜਦੋਂ ਉਸਦੇ ਨੇੜੇ ਗਈ, ਉਸਨੂੰ ਫੜਨਾ ਚਾਹਿਆ, ਉਸਦੇ ਪਿੱਛੇ ਭੱਜਣਾ ਚਾਹਿਆ ਤਾਂ ਉਹ ਫਿਰ ਭੱਜ ਗਿਆ, ਅਤੇ ਇਸ ਵਾਰ ਮੇਰਾ ਹੱਥ ਉਸਦੇ ਮੋਢੇ ਨਾਲ ਟਕਰਾ ਗਿਆ। ਇਹ ਮੇਰਾ ਵਹਿਮ ਨਹੀਂ ਸੀ, ਉਹ ਸੱਚਮੁੱਚ ਹੀ ਮੇਰਾ ਪਤੀ ਸੀ। ਪਰ ਮੈਨੂੰ ਦੇਖ ਕੇ ਉਹ ਭੱਜ ਕਿਉਂ ਰਿਹਾ ਸੀ? ਇਸ ਵਾਰ ਵੀ ਮੈਂ ਇਹ ਗੱਲ ਘਰ ਵਾਲਿਆਂ ਨੂੰ ਦੱਸੀ, ਅਤੇ ਇਹ ਵੀ ਦੱਸਿਆ ਕਿ ਮੈਂ ਉਸਦੇ ਮੋਢੇ ਤੇ ਹੱਥ ਰੱਖਿਆ ਸੀ ਅਤੇ ਉਹ ਮੈਨੂੰ ਮਹਿਸੂਸ ਹੋਇਆ ਸੀ। ਇਹ ਗੱਲ ਸੁਣ ਕੇ ਘਰ ਵਾਲੇ ਬਹੁਤ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਇਹ ਕੁੜੀ ਪਾਗਲ ਹੋ ਗਈ ਹੈ, ਅਤੇ ਜਾਂ ਫਿਰ ਇਸ ਨੂੰ ਵਹਿਮ ਹੋ ਰਹੇ ਹਨ। ਮੇਰੀ ਨਣਦ ਨੇ ਮੈਨੂੰ ਤਸੱਲੀ ਦਿੱਤੀ ਅਤੇ ਕਿਹਾ ਕਿ ਭਾਬੀ, ਅਜਿਹਾ ਕੁਝ ਵੀ ਨਹੀਂ ਹੈ। ਉਹ ਅੱਜ ਕੱਲ੍ਹ ਮੇਰਾ ਬਹੁਤ ਖਿਆਲ ਰੱਖਦੀ ਸੀ। ਘਰ ਵਾਲੇ ਮੇਰੀ ਕਿਸੇ ਗੱਲ ਦਾ ਯਕੀਨ ਨਹੀਂ ਕਰ ਰਹੇ ਸਨ, ਪਰ ਮੈਨੂੰ ਪਤਾ ਸੀ ਕਿ ਮੇਰਾ ਪਤੀ ਮੈਨੂੰ ਮਿਲਣ ਆ ਰਿਹਾ ਸੀ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਕਿਹਾ ਸੀ ਕਿ ਜੇਕਰ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਤਾਂ ਵੀ ਤੇਰੇ ਲਈ ਵਾਪਸ ਆਵਾਂਗਾ। ਸ਼ਾਇਦ ਉਹ ਆਪਣਾ ਵਾਅਦਾ ਨਿਭਾ ਰਿਹਾ ਸੀ। ਮੇਰੀ ਮੰਮੀ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਹੁਣ ਵਾਪਸ ਆ ਜਾ, ਪਰ ਮੈਂ ਇਹ ਸੋਚ ਕੇ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਕਿ ਹੋ ਸਕਦਾ ਹੈ ਉੱਥੇ ਮੇਰਾ ਪਤੀ ਮੈਨੂੰ ਮਿਲਣ ਲਈ ਨਾ ਆਵੇ। ਇਸ ਲਈ ਮੈਂ ਜਾਣ ਤੋਂ ਮਨਾ ਕਰ ਦਿੱਤਾ। ਮੇਰੀ ਮੰਮੀ ਬਹੁਤ ਪਰੇਸ਼ਾਨ ਸੀ, ਕਿਉਂਕਿ ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ ਅਤੇ ਇੱਥੇ ਬੈਠ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਸੀ। ਪਰ ਫਿਲਹਾਲ ਮੈਂ ਉਹਨਾਂ ਨੂੰ ਕੁਝ ਸਮਝਾ ਨਹੀਂ ਸਕਦੀ ਸੀ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਮੈਂ ਆਪਣੇ ਪਤੀ ਨੂੰ ਫੇਰ ਦੇਖ ਲਿਆ, ਪਰ ਇਸ ਵਾਰ ਵੀ ਉਹ ਭੱਜ ਗਿਆ, ਅਤੇ ਜਦੋਂ ਉਹ ਚਲਾ ਗਿਆ ਤਾਂ ਜ਼ਮੀਨ 'ਤੇ ਇੱਕ ਚਿੱਠੀ ਪਈ ਸੀ। ਮੇਰਾ ਦਿਲ ਧੜਕਣ ਲੱਗਿਆ। ਮੈਂ ਹੈਰਾਨ ਸੀ। ਮੇਰੇ ਹੱਥ ਕੰਬ ਰਹੇ ਸਨ। ਉਸ ਚਿੱਠੀ ਦੇ ਅੰਦਰ ਲਿਖਿਆ ਸੀ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਮੇਰਾ ਇੱਕ ਕੰਮ ਕਰੇ, ਅਤੇ ਉਸ ਦੇ ਮੁਤਾਬਕ ਮੇਰਾ ਪਤੀ ਮੇਰੇ ਲਈ ਇਹ ਚਿੱਠੀ ਛੱਡ ਗਿਆ ਸੀ ਕਿ ਮੈਂ ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਉਸਦੀ ਭੈਣ ਨੂੰ ਦੇ ਦੇਵਾਂ। ਮੈਨੂੰ ਯਾਦ ਹੈ ਕਿ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ। ਮੈਂ ਆਪਣੇ ਪਤੀ ਦੀ ਗੱਲ ਨੂੰ ਕਿਵੇਂ ਟਾਲ ਸਕਦੀ ਸੀ? ਮੈਂ ਉਸੇ ਤਰ੍ਹਾਂ ਕੀਤਾ, ਅਤੇ ਮੇਰੇ ਕੋਲ ਜੋ ਵੀ ਕੀਮਤੀ ਚੀਜ਼ਾਂ ਬਚੀਆਂ ਸਨ, ਜਿਵੇਂ ਕਿ ਮੇਰੇ ਗਹਿਣੇ, ਮੇਰਾ ਆਈਫੋਨ ਅਤੇ ਹੋਰ ਕੀਮਤੀ ਕੱਪੜੇ, ਉਹ ਸਭ ਕੁਝ ਮੈਂ ਆਪਣੀ ਨਣਦ ਨੂੰ ਦੇ ਦਿੱਤਾ। ਉਹ ਹੈਰਾਨ ਹੋ ਕੇ ਪੁੱਛਣ ਲੱਗੀ ਕਿ ਇਹ ਸਭ ਕੁਝ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ? ਤਾਂ ਮੈਂ ਕਿਹਾ ਕਿ ਤੇਰਾ ਭਾਈ ਮੈਨੂੰ ਮਿਲਣ ਆਇਆ ਸੀ, ਉਸਨੇ ਹੀ ਕਿਹਾ ਹੈ। ਮੇਰੀ ਨਣਦ ਚੀਜ਼ਾਂ ਨਹੀਂ ਲੈ ਰਹੀ ਸੀ, ਅਤੇ ਮੈਂ ਉਸਨੂੰ ਕਿਹਾ ਕਿ ਇਹ ਤੇਰੇ ਭਾਈ ਦੀ ਤਮੰਨਾ ਹੈ, ਇਸ ਲਈ ਤੂੰ ਇਸ ਨੂੰ ਲੈ ਲੈ। ਦਿਨ ਇਸੇ ਤਰ੍ਹਾਂ ਗੁਜ਼ਰਨ ਲੱਗੇ। ਇੱਕ ਦਿਨ ਕੁਝ ਅਜਿਹਾ ਹੋਇਆ ਕਿ ਮੈਂ ਵਾਕਈ ਹੈਰਾਨ ਰਹਿ ਗਈ। ਰਾਜਵੀਰ ਪਹਿਲਾਂ ਤਾਂ ਮੈਨੂੰ ਸਿਰਫ ਬਾਹਰ ਮਿਲਦਾ ਸੀ, ਪਰ ਹੁਣ ਉਹ ਮੇਰੇ ਕਮਰੇ ਵਿੱਚ ਖੜਾ ਸੀ, ਪਰ ਉਹ ਮੈਨੂੰ ਆਪਣਾ ਚਿਹਰਾ ਨਹੀਂ ਦਿਖਾ ਰਿਹਾ ਸੀ। ਮੈਂ ਉਸਨੂੰ ਉਸਦੇ ਕੱਪੜਿਆਂ ਤੋਂ ਪਹਿਚਾਣ ਲਿਆ ਸੀ।
ਮੈਂ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕੀਤੀਆਂ। ਉਹ ਜਵਾਬ ਨਹੀਂ ਦੇ ਰਿਹਾ ਸੀ। ਮੈਂ ਕਿਹਾ, ਤੁਸੀਂ ਬੋਲ ਕਿਉਂ ਨਹੀਂ ਰਹੇ ਹੋ? ਤਾਂ ਉਸਨੇ ਸਿਰਫ ਸਿਰ ਹਿਲਾਇਆ। ਮੈਂ ਕਿਹਾ ਕਿ ਕਾਸ਼ ਮੈਂ ਤੇਰੀ ਆਵਾਜ਼ ਸੁਣ ਸਕਦੀ। ਉਸਨੇ ਫਿਰ ਤੋਂ ਇੱਕ ਕਾਗਜ਼ ਸਾਈਡ 'ਤੇ ਰੱਖ ਦਿੱਤਾ ਅਤੇ ਉੱਥੋਂ ਚਲਾ ਗਿਆ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਘੱਟੋ ਘੱਟ ਉਹ ਮੇਰੇ ਨਾਲ ਕਾਗਜ਼ 'ਤੇ ਲਿਖ ਕੇ ਤਾਂ ਗੱਲ ਕਰ ਸਕਦਾ ਸੀ। ਇਸ ਵਾਰ ਕਾਗਜ਼ 'ਤੇ ਲਿਖਿਆ ਹੋਇਆ ਸੀ ਕਿ ਇਹ ਗੱਲ ਮੈਂ ਕਿਸੇ ਨੂੰ ਵੀ ਨਾ ਦੱਸਾਂ ਕਿ ਮੈਂ ਤੈਨੂੰ ਮਿਲਣ ਆਉਂਦਾ ਹਾਂ। ਦੇਖ, ਮੇਰੀ ਮੰਮੀ ਬਹੁਤ ਪਰੇਸ਼ਾਨ ਹੈ। ਉਹਨਾਂ ਨੇ ਮੇਰੀ ਭੈਣ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ, ਪਰ ਉਹ ਲੋਕ ਬਹੁਤ ਜ਼ਿਆਦਾ ਦਹੇਜ ਮੰਗ ਰਹੇ ਹਨ। ਤੈਨੂੰ ਯਾਦ ਹੈ, ਮੈਂ ਆਪਣੇ ਹਿੱਸੇ ਦਾ ਇੱਕ ਪਲਾਟ ਤੇਰੇ ਨਾਮ ਕੀਤਾ ਸੀ। ਮੇਰੇ ਕੋਲ ਬਸ ਇਹੀ ਇੱਕ ਪਲਾਟ ਸੀ ਅਤੇ ਮੈਂ ਘਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਸੀ। ਮੇਰਾ ਪਤੀ ਵਿਆਹ ਤੋਂ ਪਹਿਲਾਂ ਵਿਦੇਸ਼ ਵਿੱਚ ਰਹਿ ਕੇ ਆਇਆ ਸੀ। ਉਹਨਾਂ ਪੈਸਿਆਂ ਨਾਲ ਉਸਨੇ ਆਪਣੇ ਲਈ ਇੱਕ ਛੋਟਾ ਜਿਹਾ ਪਲਾਟ ਲੈ ਲਿਆ ਸੀ, ਜੋ ਮੇਰੇ ਨਾਮ ਕਰ ਦਿੱਤਾ। ਮੈਂ ਚਾਹੁੰਦਾ ਹਾਂ ਕਿ ਉਹ ਪਲਾਟ ਤੂੰ ਮੰਮੀ ਦੇ ਨਾਮ ਕਰ ਦੇ, ਤਾਂ ਜੋ ਉਸਨੂੰ ਵੇਚ ਕੇ ਉਹ ਮੇਰੀ ਭੈਣ ਦਾ ਵਿਆਹ ਕਰ ਸਕੇ। ਮੈਂ ਦਿਲ ਵਿੱਚ ਸੋਚਿਆ ਕਿ ਹੁਣ ਮੈਂ ਉਂਝ ਵੀ ਉਸਦਾ ਕੀ ਕਰਨਾ ਹੈ। ਅਸੀਂ ਤਾਂ ਸੋਚਿਆ ਸੀ ਕਿ ਇਸ ਜ਼ਮੀਨ 'ਤੇ ਅਸੀਂ ਆਪਣੇ ਸੁਪਨੇ ਦਾ ਘਰ ਬਣਾਵਾਂਗੇ, ਪਰ ਹੁਣ ਜਦੋਂ ਮੇਰਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਸੀ ਤਾਂ ਮੈਂ ਉਸਦਾ ਕੀ ਕਰਾਂਗੀ। ਮੈਂ ਅਗਲੇ ਹੀ ਦਿਨ ਉਸਦੀ ਰਜਿਸਟਰੀ ਆਪਣੀ ਸੱਸ ਦੇ ਨਾਮ ਕਰਵਾ ਦਿੱਤੀ ਸੀ। ਉਹ ਬਹੁਤ ਖੁਸ਼ ਹੋਈ ਅਤੇ ਮੇਰਾ ਦਿਲ ਵੀ ਸੰਤੁਸ਼ਟ ਹੋ ਗਿਆ। ਇਨਸਾਨ ਜਿਸ ਨੂੰ ਪਿਆਰ ਕਰਦਾ ਹੈ, ਉਸ ਨਾਲ ਜੁੜੇ ਹੋਏ ਲੋਕਾਂ ਨਾਲ ਵੀ ਉਸਨੂੰ ਪਿਆਰ ਹੋ ਜਾਂਦਾ ਹੈ। ਇਸ ਲਈ ਮੈਂ ਬਹੁਤ ਖੁਸ਼ ਸੀ। ਮੈਂ ਆਪਣੀ ਨਣਦ ਨੂੰ ਦੱਸਿਆ, ਤੇਰਾ ਭਾਈ ਮੈਨੂੰ ਮਿਲਣ ਲਈ ਆਉਂਦਾ ਹੈ। ਉਹ ਰਾਤ ਨੂੰ ਮੇਰੇ ਕਮਰੇ ਵਿੱਚ ਆਉਂਦਾ ਹੈ। ਕੋਈ ਹੋਰ ਮੰਨੇ ਜਾਂ ਨਾ ਮੰਨੇ, ਘੱਟ ਤੋਂ ਘੱਟ ਤੂੰ ਤਾਂ ਇਹ ਗੱਲ ਮੰਨ, ਕਿਉਂਕਿ ਮਰਨ ਤੋਂ ਬਾਅਦ ਵੀ ਉਸਨੂੰ ਸਿਰਫ ਤੇਰੀ ਹੀ ਫਿਕਰ ਹੈ। ਉਹ ਹਮੇਸ਼ਾ ਤੇਰੀ ਫਿਕਰ ਕਰਦਾ ਰਹਿੰਦਾ ਹੈ। ਉਸਨੇ ਤੇਰੇ ਲਈ ਸਭ ਕੁਝ ਕੀਤਾ ਹੈ। ਉਸਨੇ ਕਿਹਾ ਕਿ ਉਹ ਭਾਈ ਕਿਵੇਂ ਹੋ ਸਕਦਾ ਹੈ। ਮੈਂ ਉਸਨੂੰ ਕਿਹਾ ਕਿ ਜੇਕਰ ਯਕੀਨ ਨਹੀਂ ਆਉਂਦਾ ਤਾਂ ਇੱਕ ਵਾਰ ਮੇਰੇ ਨਾਲ ਮੇਰੇ ਕਮਰੇ ਵਿੱਚ ਰਹਿ ਕੇ ਦੇਖ, ਕਿਉਂਕਿ ਮੇਰੇ ਕਮਰੇ ਵਿੱਚੋਂ ਬਗੀਚਾ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ ਅਤੇ ਉਸੇ ਬਗੀਚੇ ਵਿੱਚ ਦਰਵਾਜ਼ਾ ਵੀ ਖੁੱਲ੍ਹਦਾ ਹੈ। ਉਹ ਇਸ ਗੱਲ ਲਈ ਤਿਆਰ ਨਹੀਂ ਸੀ ਅਤੇ ਉਹ ਇਹ ਸਭ ਕੁਝ ਨਹੀਂ ਕਰਨਾ ਚਾਹੁੰਦੀ ਸੀ। ਉਸਨੇ ਕਿਹਾ ਕਿ ਮੈਨੂੰ ਡਰ ਲੱਗਦਾ ਹੈ। ਮੈਂ ਕਿਹਾ ਕਿ ਇੱਕ ਪਾਸੇ ਤਾਂ ਤੂੰ ਕਹਿੰਦੀ ਹੈ ਕਿ ਤੈਨੂੰ ਯਕੀਨ ਨਹੀਂ ਹੈ ਅਤੇ ਫਿਰ ਤੂੰ ਡਰਦੀ ਵੀ ਹੈ। ਉਸਨੇ ਕਿਹਾ ਕਿ ਠੀਕ ਹੈ ਅਤੇ ਮੇਰੇ ਕਹਿਣ 'ਤੇ ਉਹ ਇੱਕ ਰਾਤ ਲਈ ਮੇਰੇ ਕਮਰੇ ਵਿੱਚ ਸੌਣ ਲਈ ਤਿਆਰ ਹੋ ਗਈ। ਮੈਨੂੰ ਯਕੀਨ ਸੀ ਕਿ ਅੱਜ ਵੀ ਰਾਜਵੀਰ ਮੇਰੇ ਕਮਰੇ ਵਿੱਚ ਆਵੇਗਾ ਅਤੇ ਜਦੋਂ ਮੇਰੀ ਨਣਦ ਨੂੰ ਇਹ ਗੱਲ ਪਤਾ ਲੱਗੇਗੀ ਤਾਂ ਫਿਰ ਸਾਰੇ ਘਰ ਵਾਲੇ ਮੇਰੀ ਗੱਲ ਦਾ ਯਕੀਨ ਕਰਨਗੇ ਅਤੇ ਮੰਮੀ ਨੂੰ ਵੀ ਇਸ ਗੱਲ ਦਾ ਯਕੀਨ ਹੋ ਜਾਵੇਗਾ। ਫਿਰ ਉਹ ਮੈਨੂੰ ਇੱਥੋਂ ਤੋਂ ਲੈ ਕੇ ਜਾਣ ਦੀ ਗੱਲ ਨਹੀਂ ਕਰੇਗੀ, ਕਿਉਂਕਿ ਉਹਨਾਂ ਨੇ ਮੇਰੇ ਸਹੁਰੇ ਨੂੰ ਫੋਨ ਕਰਕੇ ਇੱਕ ਗੱਲ ਕਹੀ ਸੀ ਕਿ ਉਹ ਆਪਣੀ ਬਹੂ ਨੂੰ ਕਹਿਣ ਕਿ ਉਹ ਉਹਨਾਂ ਦੇ ਘਰ ਤੋਂ ਚਲੀ ਜਾਵੇ, ਤਾਂ ਜੋ ਮੈਂ ਮਜਬੂਰ ਹੋ ਕੇ ਇਹ ਘਰ ਛੱਡ ਦੇਵਾਂ। ਮੇਰੀ ਮੰਮੀ ਨਹੀਂ ਚਾਹੁੰਦੀ ਸੀ ਕਿ ਮੈਂ ਇੱਥੇ ਰਹਿ ਕੇ ਆਪਣੀ ਜ਼ਿੰਦਗੀ ਬਰਬਾਦ ਕਰਾਂ। ਉਹ ਇਹ ਨਹੀਂ ਦੇਖ ਸਕਦੀ ਸੀ, ਇਸ ਲਈ ਉਹ ਇਹ ਸਭ ਕੁਝ ਕਰ ਰਹੀ ਸੀ। ਮੈਂ ਆਪਣੀ ਨਣਦ ਨੂੰ ਕਿਹਾ ਕਿ ਉਹ ਸੋਵੇ ਨਾ, ਜਾਗਦੀ ਹੀ ਰਹੇ। ਆਖਰਕਾਰ ਉਹ ਸਮਾਂ ਆ ਹੀ ਗਿਆ ਜਦੋਂ ਰਾਜਵੀਰ ਨੇ ਕਮਰੇ ਵਿੱਚ ਆਉਣਾ ਹੁੰਦਾ ਸੀ, ਪਰ ਅੱਜ ਉਹ ਕਮਰੇ ਵਿੱਚ ਨਹੀਂ ਆਇਆ। ਮੈਂ ਵੀ ਉਦਾਸ ਹੋ ਗਈ ਅਤੇ ਮੇਰੀ ਵੀ ਅੱਖ ਲੱਗ ਗਈ। ਜਦੋਂ ਥੋੜ੍ਹੀ ਦੇਰ ਬਾਅਦ ਰੌਲਾ ਪੈਣ 'ਤੇ ਮੇਰੀ ਅੱਖ ਖੁੱਲ੍ਹੀ ਅਤੇ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਦੇਖਿਆ ਕਿ ਰਾਜਵੀਰ ਉੱਥੇ ਹੀ ਖੜ੍ਹਾ ਸੀ ਅਤੇ ਮੇਰੀ ਨਣਦ ਉਸ ਨਾਲ ਗੱਲਾਂ ਕਰ ਰਹੀ ਸੀ। ਇਹ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਪਰ ਜਿਵੇਂ ਹੀ ਉਹਨਾਂ ਨੇ ਮੈਨੂੰ ਦੇਖਿਆ ਉਹ ਵੀ ਹੈਰਾਨ ਰਹਿ ਗਏ। ਮੈਂ ਲਾਈਟ ਜਗਾਈ ਅਤੇ ਜਦੋਂ ਉਹ ਮੇਰੇ ਵੱਲ ਮੁੜਿਆ ਤਾਂ ਮੈਂ ਹੱਕੀ ਬੱਕੀ ਰਹਿ ਗਈ, ਕਿਉਂਕਿ ਉਹ ਰਾਜਵੀਰ ਨਹੀਂ, ਕੋਈ ਹੋਰ ਆਦਮੀ ਸੀ। ਉਸਨੇ ਰਾਜਵੀਰ ਦੇ ਕੱਪੜੇ ਪਾਏ ਹੋਏ ਸਨ। ਮੈਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਮੈਂ ਰੌਲਾ ਪਾ ਕੇ ਬਾਕੀ ਘਰ ਵਾਲਿਆਂ ਨੂੰ ਵੀ ਜਗਾ ਲਿਆ ਅਤੇ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਇਹ ਨਿਕਲਿਆ ਕਿ ਮੇਰਾ ਪਤੀ ਮੈਨੂੰ ਮਿਲਣ ਲਈ ਕਦੇ ਵੀ ਨਹੀਂ ਆਇਆ। ਇਹ ਉਹ ਆਦਮੀ ਸੀ ਜਿਸ ਨੂੰ ਮੇਰੀ ਨਣਦ ਪਿਆਰ ਕਰਦੀ ਸੀ ਅਤੇ ਉਸਦੇ ਨਾਲ 1 ਸਾਲ ਤੋਂ ਉਸਦਾ ਚੱਕਰ ਚੱਲ ਰਿਹਾ ਸੀ। ਉਸ ਆਦਮੀ ਨੂੰ ਮੇਰੀ ਨਣਦ ਨੇ ਮੇਰੇ ਪਤੀ ਦੇ ਸਾਰੇ ਕੱਪੜੇ ਦਿੱਤੇ ਸਨ ਅਤੇ ਸਾਨੂੰ ਕਿਹਾ ਸੀ ਕਿ ਮੈਂ ਕਾਲਜ ਵਿੱਚ ਵੰਡਣ ਜਾ ਰਹੀ ਹਾਂ। ਅਤੇ ਅਫਸੋਸ ਦੀ ਗੱਲ ਤਾਂ ਇਹ ਸੀ ਕਿ ਮੇਰੀ ਨਣਦ ਨਾਲ ਮੇਰੀ ਸੱਸ ਵੀ ਮਿਲੀ ਹੋਈ ਸੀ ਅਤੇ ਮੈਨੂੰ ਬੇਵਕੂਫ ਬਣਾ ਕੇ ਮੇਰੇ ਤੋਂ ਮੇਰੀਆਂ ਸਾਰੀਆਂ ਕੀਮਤੀ ਚੀਜ਼ਾਂ ਲੈ ਲਈਆਂ ਸਨ ਅਤੇ ਮੈਂ ਇਹ ਸਮਝ ਰਹੀ ਸੀ ਕਿ ਮੇਰੇ ਪਤੀ ਦੀ ਮਰਜ਼ੀ ਹੈ, ਇਸ ਲਈ ਮੈਂ ਸਭ ਕੁਝ ਦੇ ਦਿੱਤਾ। ਫਿਰ ਵੀ ਮੈਂ ਉਹਨਾਂ ਤੋਂ ਕੋਈ ਚੀਜ਼ ਵਾਪਸ ਨਹੀਂ ਲਈ, ਕਿਉਂਕਿ ਮੈਨੂੰ ਉਹਨਾਂ ਚੀਜ਼ਾਂ ਨਾਲ ਪਿਆਰ ਨਹੀਂ ਸੀ, ਪਰ ਇਹ ਜ਼ਰੂਰ ਦੱਸਿਆ ਕਿ ਜੋ ਉਹਨਾਂ ਨੇ ਕੀਤਾ ਉਹ ਚੰਗਾ ਨਹੀਂ ਕੀਤਾ। ਆਪਣੇ ਉਸ ਬੇਟੇ ਨਾਲ ਚੰਗਾ ਨਹੀਂ ਕੀਤਾ ਜੋ ਇਸ ਦੁਨੀਆ ਤੋਂ ਜਾ ਚੁੱਕਿਆ ਹੈ। ਮੈਂ ਤਾਂ ਉਸਦੇ ਪਿਆਰ ਵਿੱਚ ਇਹ ਸਭ ਕੁਝ ਕਰ ਰਹੀ ਸੀ। ਮੈਨੂੰ ਕੀ ਪਤਾ ਸੀ ਕਿ ਇਹ ਇਸ ਤਰ੍ਹਾਂ ਦੇ ਲੋਕ ਹਨ। ਮੈਂ ਆਪਣੇ ਘਰ ਵਿੱਚ ਵਾਪਸ ਆ ਗਈ
ਅਤੇ ਮੈਨੂੰ ਇਸ ਗੱਲ ਦੀ ਸਮਝ ਆ ਗਈ ਕਿ ਮੇਰੇ ਪਤੀ ਦੀਆਂ ਯਾਦਾਂ ਮੇਰੇ ਦਿਲ ਵਿੱਚ ਹਨ। ਕਿਸੇ ਚੀਜ਼ ਨਾਲ ਉਹਨਾਂ ਦੀ ਯਾਦ ਦਾ ਕੋਈ ਸਬੰਧ ਨਹੀਂ ਹੈ। ਮੈਂ ਹਾਲੇ ਵੀ ਹਮੇਸ਼ਾ ਉਸ ਨੂੰ ਯਾਦ ਕਰਦੀ ਹਾਂ। ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕੀਤਾ। ਮੈਂ ਉਸ ਦੇ ਲਈ ਹਰ ਸਾਲ ਗਰੀਬਾਂ ਨੂੰ ਰੋਟੀ ਖਵਾਉਂਦੀ ਹਾਂ। ਇਹ ਉਸ ਦੀ ਆਤਮਾ ਦੀ ਸ਼ਾਂਤੀ ਲਈ ਸਭ ਤੋਂ ਬਿਹਤਰ ਤੋਹਫ਼ਾ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।